ਸਤਿ ਸ੍ਰੀ ਅਕਾਲ। ਹਰਜਸ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ ਇੱਕ ਵਾਰ ਫੇਰ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਸਿਲਸਿਲਾ ਖਬਰਾਂ ਦਾ। ਦਿੱਲੀ ਤੋਂ ਇੱਕ ਖਬਰ ਸਾਹਮਣੇ ਆ ਰਹੀ ਆ ਕਿ ਦਿੱਲੀ ਦੇ ਵਿੱਚ ਜੋ ਸਸਤੇ ਰਾਸ਼ਨ ਦੀ ਸਕੀਮ ਉੱਥੋਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁਰੂ ਕੀਤੀ ਸੀ, ਉਸ ਉੱਤੇ ਕੇਂਦਰ ਸਰਕਾਰ ਵੱਲੋਂ ਇੱਕ ਨੋਟਿਸ ਆ ਗਿਆ ਕਿ ਇਹ ਸਕੀਮ ਆ ਜਿਹੜੀ ਉਹ ਪਹਿਲਾਂ ਤੋਂ ਹੀ ਹੋ ਚੁੱਕੀ ਆ, ਉਹ ਹੁਣ ਕੇਂਦਰ ਸਰਕਾਰ ਦੇ ਵੱਲੋਂ ਬੰਦ ਕਰ ਦਿੱਤੀ ਜਾਊਗੀ ਕਿ ਮੁੱਖ ਮੰਤਰੀ ਦਿੱਲੀ ਉਹ ਸਕੀਮ ਨਹੀਂ ਸ਼ੁਰੂ ਕਰ ਸਕਣਗੇ। ਅਸਲ ਦੇ ਵਿੱਚ ਗੱਲ ਇਸ ਤਰ੍ਹਾਂ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਦਿੱਲੀ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਨੇ ਜਾਂ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਮੁੱਖ ਮੰਤਰੀ ਘਰ ਘਰ ਰਾਸ਼ਨ ਯੋਜਨਾ ਦੇ ਤਹਿਤ ਰਾਸ਼ਨ ਵੰਡਿਆ ਜਾਇਆ ਕਰੇਗਾ। 25 ਮਾਰਚ ਤੋਂ ਉਹਨਾਂ ਨੇ ਇਹ ਸਕੀਮ ਲਾਗੂ ਕਰਨੀ ਸੀ ਤੇ 25 ਮਾਰਚ ਨੂੰ 100 ਕੁ ਪਰਿਵਾਰਾਂ ਨੂੰ ਰਾਸ਼ਨ ਦੀਆਂ ਥੈਲੀਆਂ ਵੰਡ ਕੇ ਇਸ ਸਕੀਮ ਦੀ ਸ਼ੁਰੂਆਤ ਕਰਨੀ ਸੀ। ਪਰ ਨਾਲ ਹੀ ਕੇਂਦਰ ਸਰਕਾਰ ਦੇ ਖੁਰਾਕ ਵਿਭਾਗ ਦੇ ਸੈਕਟਰੀ ਵੱਲੋਂ ਨੋਟਿਸ ਆ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਇਹ ਸਕੀਮ ਨੂੰ ਨਹੀਂ ਸ਼ੁਰੂ ਕਰ ਸਕਦੇ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਇਹ ਸਕੀਮ ਆਲਰੇਡੀ ਚੱਲ ਰਹੀ ਆ ਤੇ ਇਸ ਦਾ ਕ੍ਰੈਡਿਟ ਹੁਣ ਦਿੱਲੀ ਦਾ ਮੁੱਖ ਮੰਤਰੀ ਨਹੀਂ ਲੈ ਸਕਦਾ ਕਿਉਂਕਿ ਕੇਂਦਰ ਸਰਕਾਰ ਨੇ ਇਹ ਸਕੀਮ ਸ਼ੁਰੂ ਕੀਤੀ ਹੋਈ ਆ। ਇਸ ਕਰਕੇ ਇਸ ਦਾ ਕ੍ਰੈਡਿਟ ਸਿਰਫ ਕੇਂਦਰ ਸਰਕਾਰ ਨੂੰ ਹੀ ਰਹੇਗਾ। ਉਸ ਤੋਂ ਬਾਅਦ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਉਹ ਕਹਿ ਦਿੰਦੇ ਨੇ ਕਿ ਠੀਕ ਆ ਜੀ ਕਿ ਜੇ ਇਹ ਸਕੀਮ ਪਹਿਲਾਂ ਤੋਂ ਚੱਲ ਰਹੀ ਆ ਤਾਂ ਅਸੀਂ ਮੁੱਖ ਮੰਤਰੀ ਘਰ ਘਰ ਰਾਸ਼ਨ ਯੋਜਨਾ ਜਿਹੜੀ ਸਕੀਮ ਆ ਉਹਦਾ ਨਾਮ ਬਦਲ ਕੇ ਉਹਦੇ ਵਿੱਚੋਂ ਮੁੱਖ ਮੰਤਰੀ ਹਟਾ ਦਿੰਦੇ ਹਾਂ, ਘਰ ਘਰ ਰਾਸ਼ਨ ਯੋਜਨਾ ਸਕੀਮ ਦੇ ਦਿੰਦੇ ਹਾਂ। ਪਰ ਲੋਕਾਂ ਦਾ ਮੈਂ ਭਲਾ ਜ਼ਰੂਰ ਕਰਨਾ, ਲੋਕਾਂ ਨੂੰ ਇਹ ਸਕੀਮ ਦੇਣੀ ਜ਼ਰੂਰ ਆ ਕਿਉਂਕਿ ਲੋਕਾਂ ਨੂੰ ਸਸਤੇ ਰਾਸ਼ਨ ਦੀ ਲੋੜ ਆ। ਹੁਣ ਚਲੋ ਉਹ ਤਾਂ ਇੱਕ ਅਲੱਗ ਗੱਲ ਹੋ ਗਈ, ਪਰ ਸਵਾਲ ਜਿਹੜਾ ਉੱਠਦਾ ਉਹ ਇਹ ਆ ਕਿ ਇੰਨੇ ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆਂ, ਜਿਹਨੂੰ ਇਹ ਆਜ਼ਾਦੀ ਮੰਨਦੇ ਨੇ, ਭਾਵੇਂ ਉਹ ਅਖੌਤੀ ਆਜ਼ਾਦੀ ਆ ਜਾਂ ਆਜ਼ਾਦੀ ਹੈ, ਇਹ ਇੱਕ ਵੱਖਰਾ ਮੁੱਦਾ ਵੱਖਰਾ ਵਿਸ਼ਾ ਹੈ। ਪਰ ਇੰਨੇ ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਅਤੇ ਇਸ ਆਜ਼ਾਦ ਮੁਲਕ ਦੇ ਵਿੱਚ ਹਾਲੇ ਤੱਕ ਲੋਕ ਸਸਤਾ ਰਾਸ਼ਨ ਲੈਣ ਦੇ ਲਈ ਮਜਬੂਰ ਕਿਉਂ ਨੇ? ਕਿਉਂ ਉਹ ਉਸ ਰੇਟ 'ਤੇ ਜਾਂ ਉਹਨਾਂ ਦੀ ਆਮਦਨ ਇੰਨੀ ਨਹੀਂ ਹੈਗੀ ਕਿ ਉਹ ਸਸਤਾ ਹੋਣ ਦੀ ਬਜਾਏ ਸਾਰੇ ਮੁਲਕ ਦੇ ਲੋਕ ਇੱਕ ਬਰਾਬਰ ਇੱਕ ਸਮਾਨ ਰੇਟ ਦੇ ਉੱਤੇ ਰਾਸ਼ਨ ਲੈ ਸਕਦੇ ਹੋਣ? ਇਹ ਇੱਕ ਚੀਜ਼ ਜਿਹੜੀ ਹੈਗੀ ਆ ਉਹ ਅਲੱਗ ਆ। ਪਰ ਨਾਲ ਹੀ ਮੁੱਖ ਮੰਤਰੀ ਸਾਹਿਬ ਜਦੋਂ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਕਹਿ ਦਿੰਦੇ ਨੇ ਕਿ ਜੀ ਮੁੱਖ ਮੰਤਰੀ ਨਾ ਹਟਾ ਦੇਣਾ, ਤਾਂ ਜੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਕੇਂਦਰ ਸਰਕਾਰ ਦੀ ਇਹ ਯੋਜਨਾ ਚੱਲ ਰਹੀ ਆ, ਇਹ ਸਕੀਮ ਚੱਲ ਰਹੀ ਆ, ਤਾਂ ਫਿਰ ਉਹਨਾਂ ਨੇ ਘਰ ਘਰ ਰਾਸ਼ਨ ਯੋਜਨਾ ਸਕੀਮ ਦੇ ਤਹਿਤ ਹੀ ਰਾਸ਼ਨ ਕਿਉਂ ਨਹੀਂ ਵੰਡਣ ਦੀ ਗੱਲ ਕੀਤੀ? ਮੁੱਖ ਮੰਤਰੀ ਲਾਇਆ ਹੀ ਕਿਉਂ? ਇਹਦਾ ਕਾਰਨ ਇਹ ਆ ਕਿ ਫਿਰ ਲੋਕਾਂ ਨੂੰ ਨਹੀਂ ਸੀ ਪਤਾ ਲੱਗਣਾ ਕਿ ਦਿੱਲੀ ਦੇ ਮੁੱਖ ਮੰਤਰੀ ਘਰ ਘਰ ਰਾਸ਼ਨ ਯੋਜਨਾ ਸਕੀਮ ਸ਼ੁਰੂ ਕਰ ਰਹੇ ਨੇ, ਕਿਉਂਕਿ ਅੱਗੇ ਚੋਣਾਂ ਹੋਣੀਆਂ ਨੇ। ਹਰ ਸਿਆਸੀ ਪਾਰਟੀ ਸਿਆਸਤ ਕਰਦੀ ਹੈ ਅਤੇ ਉਹ ਚਾਹੁੰਦੀ ਹੈ ਕਿ ਇਹਦਾ ਲਾਹਾ ਲਿਆ ਜਾਵੇ। ਕੋਈ ਵੀ ਸਕੀਮ ਸ਼ੁਰੂ ਕਰਨੀ ਆ ਜਾਂ ਕੋਈ ਵੀ ਕੰਮ ਕਰਨਾ, ਉਹਦਾ ਲਾਹਾ ਇਸੇ ਤਰ੍ਹਾਂ ਲਿਆ ਜਾ ਸਕਦਾ ਜੇ ਉਹ ਚੀਜ਼ ਮੀਡੀਆ ਦੇ ਵਿੱਚ ਉੱਠਦੀ ਆ, ਉਹਦੇ 'ਤੇ ਸਵਾਲ ਉੱਠਦੇ ਨੇ ਜਾਂ ਉਹਦੇ 'ਤੇ ਦੂਜਿਆਂ ਦੇ ਪ੍ਰਤੀਕਰਮ ਆਉਂਦੇ ਨੇ। ਜੇ ਘਰ ਘਰ ਰਾਸ਼ਨ ਯੋਜਨਾ ਸਕੀਮ ਦੇ ਵਿੱਚ ਮੁੱਖ ਮੰਤਰੀ ਦਾ ਨਾਂ ਨਾ ਆਉਂਦਾ ਤਾਂ ਓਬਵੀਅਸਲੀ ਕਿ ਕੇਂਦਰ ਸਰਕਾਰ ਨੇ ਇਹਦੇ ਉੱਤੇ ਕੁਛ ਨਹੀਂ ਸੀ ਕਹਿਣਾ ਅਤੇ ਦਿੱਲੀ ਦੇ ਮੁੱਖ ਮੰਤਰੀ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਣਾ ਕਿ ਉਹ ਇਹ ਸਕੀਮ ਸ਼ੁਰੂ ਕਰ ਰਹੇ ਨੇ। ਹੁਣ ਅਸੀਂ ਗੱਲ ਕਰ ਰਹੇ ਸੀ ਕਿ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਲੋਕਾਂ ਨੂੰ ਸਸਤਾ ਰਾਸ਼ਨ ਲੈਣ ਲਈ ਮਜਬੂਰ ਕਿਉਂ ਹੋਣਾ ਪੈ ਰਿਹਾ। ਹੋਰ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਸਕੀਮ ਚੱਲ ਰਹੀ ਆ। ਜਦੋਂ ਚੋਣਾਂ ਆਉਂਦੀਆਂ ਨੇ ਤਾਂ ਮੈਨੀਫੈਸਟੋ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਹੀ ਲੋਕ ਲੁਭਾਊ ਨੀਤੀਆਂ ਲੈ ਕੇ ਆਉਂਦੀਆਂ ਨੇ। ਲੋਕਾਂ ਨੂੰ ਲੁਭਾਉਣ ਦੇ ਲਈ ਵੱਖੋ ਵੱਖ ਤਰ੍ਹਾਂ ਦੀਆਂ ਚੀਜ਼ਾਂ ਉਹ ਗੱਲਾਂ ਲਿਖ ਕੇ ਦਿੰਦੇ ਨੇ, ਭਾਵੇਂ ਚੋਣ ਵਾਅਦੇ ਪੂਰੇ ਹੁੰਦੇ ਨੇ ਨਹੀਂ ਹੁੰਦੇ ਇਹ ਬਾਅਦ ਦੀ ਗੱਲ ਆ, ਪਰ ਮੈਨੀਫੈਸਟੋ ਦੇ ਵਿੱਚ ਉਹ ਜ਼ਰੂਰ ਇਹ ਚੀਜ਼ਾਂ ਨੂੰ ਸ਼ਾਮਿਲ ਕਰਦੇ ਨੇ। ਬਹੁਤ ਸਾਰੇ ਸੂਬਿਆਂ ਦੇ ਵਿੱਚ ਹੋਰ ਦੇ ਵਿੱਚ ਵੀ ਸਸਤਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਪਰ ਕਿਤੇ ਨਾ ਕਿਤੇ ਜਿਹੜੇ ਲੋਕ ਲੋੜਵੰਦ ਹੁੰਦੇ ਨੇ, ਜਿਨ੍ਹਾਂ ਦੀ ਆਮਦਨੀ ਘੱਟ ਹੁੰਦੀ ਆ, ਉਹ ਇਸ ਸਕੀਮ ਦਾ ਲਾਭ ਲੈ ਹੀ ਨਹੀਂ ਪਾਉਂਦੇ। ਸਰਕਾਰਾਂ 'ਚ ਬੈਠੇ ਲੋਕ ਜਾਂ ਸਰਕਾਰ ਵਾਲਿਆਂ ਦੇ ਚਹੇਤੇ ਲੋਕ ਹੀ ਇਸ ਸਕੀਮ ਦਾ ਲਾਭ ਵੱਧ ਲੈ ਜਾਂਦੇ ਨੇ। ਉਸ ਤੋਂ ਬਾਅਦ ਗੱਲ ਕਰੀਏ ਵੀ ਸਰਕਾਰਾਂ ਲੋਕਾਂ ਨੂੰ ਇਸ ਕਾਬਲ ਕਿਉਂ ਨਹੀਂ ਬਣਾਉਂਦੀਆਂ ਕਿ ਉਹਨਾਂ ਨੂੰ ਸਸਤਾ ਰਾਸ਼ਨ ਲੈਣ ਦੀ ਲੋੜ ਹੀ ਨਾ ਪਵੇ। ਉਹ ਇੰਨੇ ਜੋਗੇ ਹੋਣ, ਉਹਨਾਂ ਕੋਲ ਇੰਨੀ ਕੁ ਆਮਦਨ ਹੋਵੇ ਕਿ ਉਹ ਜਿਹੜਾ ਨਾਰਮਲ ਰੇਟ ਚੱਲਦਾ ਉਹਦੇ 'ਤੇ ਰਾਸ਼ਨ ਲੈ ਸਕਣ, ਜਾਂ ਸਾਰੇ ਲੋਕਾਂ ਨੂੰ ਇੱਕ ਬਰਾਬਰ ਰੇਟ ਦੇ ਉੱਤੇ ਰਾਸ਼ਨ ਮਿਲ ਸਕਦਾ ਹੋਵੇ।
ਤਾਂ ਇਹਦਾ ਕਾਰਨ ਵੀ ਜਿਹੜਾ ਮੈਨੂੰ ਲੱਗਦਾ ਉਹ ਇਹ ਆ ਕਿ ਫਿਰ ਅਸੀਂ ਸਰਕਾਰਾਂ 'ਤੇ ਨਿਰਭਰ ਨਹੀਂ ਰਹਾਂਗੇ। ਫਿਰ ਸਰਕਾਰਾਂ ਦੀਆਂ ਜਿਹੜੀਆਂ ਲੋਕ ਲੁਭਾਊ ਨੀਤੀਆਂ ਚੋਣਾਂ ਦੇ ਕੋਲੇ ਆਉਂਦੀਆਂ ਨੇ ਜਾ ਕੇ, ਜਾਂ ਉਹਨਾਂ ਨੇ ਸਿਆਸਤ ਕਰਨੀ ਹੁੰਦੀ ਆ, ਵੋਟਾਂ ਲੈਣੀਆਂ ਹੁੰਦੀਆਂ ਨੇ, ਫਿਰ ਉਹ ਕਿਹੜੇ ਮੈਨੀਫੈਸਟੋ ਜਾਰੀ ਕਰਕੇ ਵੋਟਾਂ ਲੈਣਗੀਆਂ ਅਤੇ ਕਿਸ ਤਰ੍ਹਾਂ ਉਹ ਲੋਕਾਂ ਨੂੰ ਲੁਭਾਉਣ ਦਾ ਯਤਨ ਕਰਨਗੀਆਂ ਜੇ ਲੋਕ ਸਵੈ ਨਿਰਭਰ ਹੋ ਜਾਂਦੇ ਨੇ। ਇਸ ਦੇ ਨਾਲ ਹੀ ਗੱਲ ਕਰੀਏ ਕਰੋਨਾ ਵਾਇਰਸ ਦੀ, ਤਾਂ ਦੁਨੀਆ ਭਰ ਦੇ ਵਿੱਚ ਕਰੋਨਾ ਮਹਾਮਾਰੀ ਫੈਲੀ ਹੋਈ ਆ। ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਇੱਕ ਦਿਨ ਦੇ ਵਿੱਚ ਕਰੋਨਾ ਦੇ ਰਿਕਾਰਡ 43,846 ਨਵੇਂ ਕੇਸ ਸਾਹਮਣੇ ਆਏ ਨੇ ਅਤੇ 198 ਦੇ ਕਰੀਬ ਲੋਕਾਂ ਦੀ ਮੌਤ ਪਿਛਲੇ 24 ਘੰਟਿਆਂ ਦੇ ਦੌਰਾਨ ਦੇਸ਼ ਦੇ ਵਿੱਚ ਹੋ ਚੁੱਕੀ ਆ। ਪੰਜਾਬ ਦੇ ਵਿੱਚ ਕਰੋਨਾ ਵਾਇਰਸ ਕਾਰਨ ਪਿਛਲੇ 24 ਘੰਟਿਆਂ ਦੇ ਦੌਰਾਨ 44 ਮੌਤਾਂ ਹੋ ਗਈਆਂ ਨੇ ਅਤੇ ਮੌਤਾਂ ਦੀ ਗਿਣਤੀ 6324 ਤੇ ਪਹੁੰਚ ਚੁੱਕੀ ਆ। ਸਿਹਤ ਵਿਭਾਗ ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਦੇ 2669 ਨਵੇਂ ਕੇਸ ਸਾਹਮਣੇ ਆਏ ਨੇ ਅਤੇ ਸੂਬੇ ਦੇ ਵਿੱਚ 18,257 ਐਕਟਿਵ ਕੇਸ ਇਸ ਦੇ ਨਾਲ ਕਰੋਨਾ ਵਾਇਰਸ ਦੇ ਹੋ ਗਏ ਨੇ। ਕਰੋਨਾ ਕਰਕੇ ਹੀ ਇੱਕ ਦਿਨ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ 10 ਮੌਤਾਂ ਹੋ ਗਈਆਂ ਨੇ, ਲੁਧਿਆਣੇ 'ਚ 8, ਗੁਰਦਾਸਪੁਰ 'ਚ 7, ਜਲੰਧਰ 'ਚ 6, ਅੰਮ੍ਰਿਤਸਰ ਦੇ ਵਿੱਚ 5, ਤਰਨਤਾਰਨ 'ਚ 2, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਪਟਿਆਲਾ, ਮੋਹਾਲੀ ਅਤੇ ਸੰਗਰੂਰ ਦੇ ਵਿੱਚ ਇੱਕ ਮੌਤ ਕਰੋਨਾ ਵਾਇਰਸ ਦੇ ਕਾਰਨ ਹੋ ਚੁੱਕੀ ਆ। ਜਿੱਥੇ ਇੱਕ ਪਾਸੇ ਲੋਕ ਇਸ ਵਾਇਰਸ ਨੂੰ ਬਹੁਤਾ ਸੀਰੀਅਸਲੀ ਨਹੀਂ ਲੈ ਰਹੇ, ਦੂਜੇ ਪਾਸੇ ਸਰਕਾਰ ਵੱਲੋਂ ਪਾਬੰਦੀਆਂ ਵੀ ਆਇਦ ਕੀਤੀਆਂ ਨੇ, ਪਰ ਕਿਤੇ ਨਾ ਕਿਤੇ ਲੋਕਾਂ ਨੂੰ ਲੱਗਦਾ ਕਿ ਇਹ ਇੱਕ ਨੋਰਮਲ ਜਿਹਾ ਵਾਇਰਸ ਆ। ਪਰ ਜੇ ਮੌਤਾਂ ਦੀ ਗਿਣਤੀ ਦੇਖੀਏ ਜਾਂ ਐਕਟਿਵ ਕੇਸ ਜਿਸ ਤਰ੍ਹਾਂ ਜਾਂ ਜਿਨ੍ਹਾਂ ਪਰਿਵਾਰਾਂ 'ਤੇ ਇਹ ਬੀਤ ਰਿਹਾ, ਜਿਨ੍ਹਾਂ ਲੋਕਾਂ 'ਤੇ ਕਰੋਨਾ ਵਾਇਰਸ ਦਾ ਇੱਕ ਖੌਫ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਜੀਅ ਗਵਾਏ ਨੇ, ਉਹਨਾਂ ਦੇ ਵਿੱਚ ਤਾਂ ਸੁਭਾਵਿਕ ਆ ਕਿ ਇਹ ਖੌਫ ਹੈ। ਉੱਥੇ ਹੀ ਆਮ ਲੋਕਾਂ ਨੂੰ ਵੀ, ਭਾਵੇਂ ਤੁਹਾਨੂੰ ਲੱਗਦਾ ਕਿ ਇਹ ਇੱਕ ਆਮ ਵਾਇਰਸ ਆ ਜਾਂ ਹੋ ਸਕਦਾ ਇਹ ਇੱਕ ਆਮ ਵਾਇਰਸ ਹੋਵੇ, ਪਰ ਕਿਤੇ ਨਾ ਕਿਤੇ ਆਪਣੇ ਪਰਿਵਾਰ ਦੀ ਆਪਣੀ ਸੁਰੱਖਿਆ ਦੇ ਲਈ ਸਾਨੂੰ ਆਪ ਜ਼ਿੰਮੇਵਾਰ ਹੋਣਾ ਪਊਗਾ। ਇਸ ਦੇ ਨਾਲ ਹੀ ਗੱਲ ਕਰੀਏ ਰਿਜ਼ਰਵ ਬੈਂਕ ਆਫ ਇੰਡੀਆ ਦੀ, ਤਾਂ ਜਦੋਂ ਪਿਛਲੀ ਤਾਲਾਬੰਦੀ ਹੁੰਦੀ ਆ, ਲੋਕਡਾਊਨ ਲੱਗਦਾ ਸਮੁੱਚੇ ਦੇਸ਼ ਦੇ ਵਿੱਚ, ਤਾਂ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਜਾਂਦੀਆਂ ਨੇ, ਬਹੁਤ ਸਾਰੇ ਲੋਕਾਂ ਦੀਆਂ ਤਨਖਾਹਾਂ ਕੱਟੀਆਂ ਜਾਂਦੀਆਂ ਨੇ ਜਾਂ ਕਿਸੇ ਨੂੰ ਅੱਧੀ ਤਨਖਾਹ ਦਿੱਤੀ ਜਾਂਦੀ ਆ। ਜ਼ਿਆਦਾਤਰ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਲੋਕ ਕੰਮ ਕਰਦੇ ਸੀ, ਉਹਨਾਂ ਦੀਆਂ ਤਨਖਾਹਾਂ ਕੱਟੀਆਂ ਗਈਆਂ ਜਾਂ ਉਹਨਾਂ ਨੂੰ ਕੱਢ ਦਿੱਤਾ ਗਿਆ, ਬੇਰੁਜ਼ਗਾਰੀ ਹੋ ਗਈ। ਤਾਂ ਰਿਜ਼ਰਵ ਬੈਂਕ ਆਫ ਇੰਡੀਆ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਕਰੋਨਾ ਮਹਾਮਾਰੀ ਦੇ 1 ਸਾਲ ਦੇ ਦੌਰਾਨ ਭਾਰਤੀ ਪਰਿਵਾਰਾਂ ਦੇ ਉੱਤੇ ਕਰਜ਼ੇ ਦਾ ਬੋਝ ਵਧਿਆ ਹੈ। ਇਹਦਾ ਕਾਰਨ ਇਹੀ ਉਹਨਾਂ ਨੇ ਦੱਸਿਆ ਕਿ ਮਹਾਮਾਰੀ ਦੇ ਦੌਰਾਨ ਲੱਖਾਂ ਲੋਕ ਜਿਹੜੇ ਹੈਗੇ ਨੇ ਉਹ ਬੇਰੁਜ਼ਗਾਰ ਹੋ ਗਏ ਸੀਗੇ ਅਤੇ ਲੋਕਾਂ ਦੀਆਂ ਤਨਖਾਹਾਂ 'ਚ ਕਟੌਤੀ ਹੋਈ ਸੀ, ਜਿਸ ਕਰਕੇ ਲੋਕਾਂ ਨੂੰ ਵੱਧ ਕਰਜ਼ਾ ਲੈਣਾ ਪਿਆ ਅਤੇ ਜਿਹੜੀ ਉਹਨਾਂ ਦੀ ਬੱਚਤ ਸੀਗੀ ਲੋਕਾਂ ਦੀ, ਜਾਂ ਜਿੰਨੀ ਉਹਨਾਂ ਨੇ ਬੱਚਤ ਕੀਤੀ ਹੋਈ ਸੀ, ਉਹ ਵਾਲਾ ਪੈਸਾ ਉਹਨਾਂ ਨੂੰ ਆਪਣੀਆਂ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਵਰਤਣਾ ਪਿਆ। ਵਿੱਤੀ ਸਾਲ 2001 ਦੀ ਪਹਿਲੀ ਚੌਥਾਈ ਦੇ ਦੌਰਾਨ ਘਰੇਲੂ ਬੱਚਤ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ ਦੀ 21% ਸੀ ਅਤੇ ਦੂਸਰੀ ਚੌਥਾਈ ਦੇ ਦੌਰਾਨ ਇਹ 10.4% ਰਹਿ ਜਾਂਦੀ ਆ। ਇਸ ਦਾ ਮਤਲਬ ਆ ਕਿ ਜ਼ਰੂਰੀ ਲੋੜਾਂ ਦੀ ਪੂਰਤੀ ਤੋਂ ਪਿੱਛੋਂ ਲੋਕਾਂ ਕੋਲ ਬੱਚਤ ਦੇ ਲਈ ਪੈਸਾ ਹੀ ਨਹੀਂ ਬਚਦਾ ਅਤੇ ਇਸ ਦਾ ਸਿੱਧਾ ਸੰਬੰਧ ਜਾ ਕੇ ਕਰਜ਼ੇ ਦੇ ਨਾਲ ਜੁੜਦਾ, ਕਿਉਂਕਿ ਲੋੜਾਂ ਦੀ ਪੂਰਤੀ ਲਈ ਜੇਕਰ ਬੱਚਤ ਹੋ ਹੀ ਨਹੀਂ ਰਹੀ ਤਾਂ ਕਰਜ਼ਾ ਵੀ ਵੱਧ ਲੈਣ ਦੀ ਲੋੜ ਪੈਂਦੀ ਆ ਅਤੇ ਇਸੇ ਕਰਕੇ ਘਰੇਲੂ ਕਰਜ਼ਾ ਵੱਧ ਰਿਹਾ। ਭਾਵੇਂ ਸੂਬਿਆਂ ਦੀ ਗੱਲ ਕਰੀਏ, ਭਾਵੇਂ ਦੇਸ਼ ਦੀ ਗੱਲ ਕਰੀਏ, ਪਹਿਲਾਂ ਹੀ ਬਹੁਤ ਵੱਡੇ ਕਰਜ਼ਿਆਂ ਦੀ ਮਾਰ ਅਸੀਂ ਝੱਲ ਰਹੇ ਹਾਂ। ਹਰੇਕ ਤਬਕਾ, ਲਗਭਗ ਹਰੇਕ ਤਬਕੇ ਦੇ ਵਿੱਚ ਹਰੇਕ ਤਬਕੇ ਦੇ ਲੋਕ ਅੱਜ ਉਹਨਾਂ ਦੀ ਆਮਦਨ ਇੰਨੀ ਨਹੀਂ ਹੈਗੀ ਕਿ ਉਹ ਆਪਣੀਆਂ ਘਰੇਲੂ ਜ਼ਰੂਰਤਾਂ ਦੀ ਵੀ ਪੂਰਤੀ ਕਰ ਸਕਣ ਜਾਂ 2 ਵਕਤ ਦੀ ਰੋਟੀ ਆਪਣੇ ਪਰਿਵਾਰ ਨੂੰ ਦੇ ਸਕਣ। ਤਾਂ ਉਸ ਦੌਰ ਦੇ ਵਿੱਚ ਹੁਣ ਜਦੋਂ ਕਰੋਨਾ ਮਹਾਮਾਰੀ ਦੇ ਦੌਰਾਨ ਲੋਕਡਾਊਨ ਹੋਇਆ ਜਾਂ ਅੱਗੇ ਲੋਕਡਾਊਨ ਲੱਗਣ ਦੇ ਸੰਕੇਤ ਲੱਗ ਰਹੇ ਨੇ ਜਾਂ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ ਜਾਂ ਇਹ ਮਹਾਮਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ, ਤਾਂ ਕਿਤੇ ਨਾ ਕਿਤੇ ਜਿਹੜੀ ਲੋਕ ਬੇਰੁਜ਼ਗਾਰ ਹੋ ਗਏ, ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹਜੇ ਵੀ, ਕਿਉਂਕਿ ਕੰਮਕਾਰ ਉਸ ਤਰ੍ਹਾਂ ਨਾਲ ਨਹੀਂ ਚੱਲ ਪਾ ਰਿਹਾ। ਤਾਂ ਜਿਹੜਾ ਘਰੇਲੂ ਕਰਜ਼ੇ ਦਾ ਬੋਝ ਆਮ ਲੋਕਾਂ 'ਤੇ ਪੈ ਰਿਹਾ, ਕਿਉਂਕਿ ਪਹਿਲਾਂ ਹੀ ਬਹੁਤ ਸਾਰੇ ਤਬਕੇ ਕਰਜ਼ੇ ਦੇ ਬੋਝ ਹੇਠ ਨੇ, ਖੁਦਕੁਸ਼ੀਆਂ ਕਰ ਰਹੇ ਨੇ, ਤਾਂ ਹੁਣ ਜਦੋਂ ਆਮ ਲੋਕ ਵੀ ਨਿੱਤ ਦਿਨ ਦੀ ਮਹਿੰਗਾਈ ਦੇ ਵਿੱਚ ਇਸ ਕਰਜ਼ੇ ਦੇ ਬੋਝ ਹੇਠ ਆ ਜਾਣਗੇ ਤਾਂ ਫਿਰ ਦੇਸ਼ ਦਾ ਭਵਿੱਖ ਬਹੁਤਾ ਚੰਗਾ ਨਹੀਂ ਰਹੂਗਾ।
ਅੱਜ ਲਈ ਇੰਨਾ ਹੀ। ਕੱਲ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਤੁਸੀਂ ਜੁੜੇ ਰਹੋ ਹਰਜਸ ਟੀਵੀ ਦੇ ਨਾਲ। ਸਤਿ ਸ੍ਰੀ ਅਕਾਲ।